सतनाम करता पुरख निरभौ निर्वैर अकाल मूरत अजूनी सैभं गुर प्रसाद। जप आदि सच जुगाद सच है भी सच नानक होसी भी सच। फिरत फिरत प्रभ आया भरिया तो शरणाए। नानक की प्रभ बेनती अपनी भगति लाए। वडहंस महला तीजा नदरी सतगुर सेवियै। नदरी सेवा होए नदरी एहो मन वस आवै। नदरी मन निर्मल होए नदरी सतगुर सेवियै। नदरी सेवा होए नदरी एहो मन वस आवै। नदरी मन निर्मल होए मेरे मन चेत सच्चा सोए। एको सेवै तां सुख पावै फिर दुख न मूले होए रहाओ। नदरी मर कै जीवियै नदरी शब्द बसै मन आए। नदरी हुक्म बुझियै हुक्मे रहै समाए। जिन जेवा हर रस न चख्यो सा जेवा जल जाओ। अनरस सादे लग रही दुख पाया दूजै पाए। सबना नदर एक है आपे फर्क करे। नानक सतगुर मिलिया फल पाया नाम वडाई दे। सबना नदर एक है आपे फर्क करे। नानक सतगुर मिलिया फल पाया नाम वडाई दे। वाहिगुरू जी का खालसा वाहिगुरू जी की फतेह। परम सन्मान जो गुरु की साजी नवाजी हुई। गुरु रूप गुरु खालसा साध संगत जी आप जी अत्यंत वਡਭਾਗੇ हो जिन्हां नूं सतगुरु जी ने आवाज़ दे के बुलाया है। आओ सिख सतगुरु के प्यारे हो गावो सच्ची बाणी। बाणी तां गावो गुरु केरी बाणियां सिर बाणी। पवित्र अमृतमयी गुरबाणी दे नितनेम श्री आसा जी दी वार दे शब्द कीर्तन श्रवण कीते हन। आओ हुण मन बिरतियां नूं सतगुरु जी दी लड़ीवार गुरबाणी दी कथा नाल जोड़ीए। धन गुरु अमरदास महाराज सच्चे पातशाह जी राग वडहंस विच ये पवित्र पावन शब्द उच्चारण कर रहे ने। भले अमरदास गुण तेरे तेरी उपमा तोहे बन आवे। इस पवित्र शब्द विच महाराज जी ने उस वाहिगुरू दी मेहर बख्शिश नदर दी वडियाई दसी है। जपजी साहब विच पढ़दे हैं जिन को नदर करम तिनकार नानक नदरी नदर निहाल। जिन्हां ते वाहिगुरू दी नदरे करम हुंदी है मेहर दी बख्शिश दी निगाह हुंदी है वो नदरी नदर निहाल हो जाते हैं। सब तो वड्डी उस प्रभु की किरपा ही है। किरपा नाल ही मनुखा जन्म मिलिया है। ਉਹਦੀ किरपा नाल ही साडा बेड़ा भवसागर तो पार लंघ सकता है। ਉਹਦੀ किरपा नाल ही सत संगत की प्राप्ति हुंदी है। वਡਭਾਗੀ हर संगत पावै भागहीन भरम चोटां खावै। बिन भागां सत संग न लभै बिन संगत मैल भरीजै जीओ।
ਪਰਮੇਸ਼ਰ ਦੀ ਨਜ਼ਰ ਕਰਮ ਨਾਲ ਕਿਹੜੀਆਂ ਕਿਹੜੀਆਂ ਬਰਕਤਾਂ, ਰਹਿਮਤਾਂ, ਨਿਆਮਤਾਂ ਮਿਲਦੀਆਂ ਨੇ, ਉਹ ਇਸ ਸ਼ਬਦ ਵਿੱਚ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰ ਰਹੇ ਨੇ। ਪ੍ਰੇਮ ਨਾਲ ਸੁਣੀਏ ਸਾਰੀ ਸੰਗਤ, ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ। ਕਹਿੰਦੇ ਗੁਰੂ ਦੀ ਸੇਵਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਆਪਣੇ ਗੁਰਦੇਵ ਦੀ ਸੇਵਾ ਕੀਤੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ। ਅਤੇ ਸੇਵਾ ਵੀ ਇਤਨੀ ਅਥੱਕ ਸੀ ਕਿ ਇੱਕ ਮਿੰਟ ਵੀ ਦਿਨ ਵਿੱਚ ਆਰਾਮ ਨਹੀਂ, ਰਾਤ ਨੂੰ ਵੀ ਆਰਾਮ ਨਹੀਂ। ਸੁੱਖ ਆਰਾਮ ਨੂੰ ਇੱਕ ਪਾਸੇ ਕਰ ਦਿੱਤਾ, ਬਸ ਸੇਵਾ ਹੀ ਲਕਸ਼ ਰਹਿ ਗਿਆ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਰੀਆਂ ਹੀ ਕਾਮਨਾਵਾਂ ਖਤਮ ਹੋ ਗਈਆਂ ਸੇਵਾ ਵਿੱਚ। ਤਾਂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਗਲ ਨਾਲ ਲਾ ਕੇ ਆਪਣਾ ਰੂਪ ਬਣਾ ਲਿਆ। ਇਹ ਬਖਸ਼ਿਸ਼ ਦੀ ਖੇਡ ਹੈ ਸਾਰੀ। ਨਦਰੀ ਸੇਵਾ ਹੋਏ, ਕਹਿੰਦੇ ਸੇਵਾ ਹੁੰਦੀ ਨਜ਼ਰ ਨਾਲ ਹੈ, ਵਾਹਿਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੇ ਦਰਸ਼ਨ ਹੁੰਦੇ ਨੇ। ਗੁਰਪੂਰਾ ਭੇਟਿਓ ਵੱਡ ਭਾਗੀ, ਵੱਡੇ ਭਾਗਾਂ ਨਾਲ ਪੂਰੇ ਗੁਰੂ ਦੀ ਸੁਹਬਤ ਪ੍ਰਾਪਤ ਹੋਈ ਹੈ। ਮਨੈ ਭਇਆ ਪ੍ਰਗਾਸਾ, ਮਨ ਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਭਰਮ ਅੰਧੇਰਾ ਮਿਟ ਗਿਆ ਹੈ। ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਜਿੱਥੇ ਸਾਡੇ ਸਤਿਗੁਰੂ ਮਹਾਰਾਜ ਸਾਡੀ ਮਦਦ ਕਰ ਸਕਦੇ ਹਨ, ਉੱਥੇ ਹੋਰ ਕੋਈ ਦੂਜਾ ਸਾਡੀ ਮਦਦ ਲਈ ਨਹੀਂ ਪਹੁੰਚ ਸਕਦਾ। ਸੋ ਜਿਵੇਂ ਹੁਣ ਸਾਧ ਸੰਗਤ ਜੀ ਸਾਰਾ ਪੰਜਾਬ, ਹਰਿਆਣਾ, ਹਿੰਦੁਸਤਾਨ ਦੇ, ਭਾਰਤ ਦੇ ਕਿਸਾਨ ਲੋਕ ਉਹ ਦਿੱਲੀ ਵਿੱਚ ਬੈਠੇ ਹਨ ਅਤੇ ਮੋਰਚਾ ਵੀ ਬੜਾ ਵੱਡਾ ਲੱਗਾ ਹੋਇਆ ਹੈ। ਜਿਹੜੀਆਂ ਬਾਬੇ ਬੰਦੇ ਬਹਾਦਰ ਨੇ ਜ਼ਮੀਨਾਂ ਕਿਸਾਨਾਂ ਨੂੰ ਦਿੱਤੀਆਂ ਸਨ 300 ਸਾਲ ਪਹਿਲਾਂ, ਜਿਹੜਾ ਸਮਾਜ ਵਿੱਚ ਪਰਿਵਰਤਨ ਖਾਲਸੇ ਪੰਥ ਨੇ ਕਲਗੀਧਰ ਪਾਤਸ਼ਾਹ ਦੀ ਸੋਚ ਦੇ ਮੁਤਾਬਕ ਲਿਆਂਦਾ ਸੀ, ਜਿਹਦਾ ਹਲ ਉਹਦੀ ਜ਼ਮੀਨ, ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਾਨੂੰਨ ਪਾਸ ਕੀਤਾ। ਉਸ ਤੋਂ ਪਹਿਲਾਂ ਇੱਦਾਂ ਦਾ ਸੀ ਵੀ ਜ਼ਿਮੀਂਦਾਰਾ ਸਿਸਟਮ ਸੀ। ਸਰਕਾਰ ਜਿਹੜੀ ਹੈ ਉਹਨਾਂ ਨੇ ਚੌਧਰੀ ਬਿਠਾਏ ਹੁੰਦੇ ਸੀਗੇ, ਪਿੰਡਾਂ ਦੇ ਮਾਲਕ, ਕੋਈ 50 ਪਿੰਡਾਂ ਦਾ, ਕੋਈ 100 ਪਿੰਡਾਂ ਦਾ ਮਾਲਕ, ਕੋਈ 10-20 ਪਿੰਡਾਂ ਦਾ ਮਾਲਕ। ਉਹਨਾਂ ਨੂੰ ਉੱਥੋਂ ਦੇ ਚੌਧਰੀ, ਰਾਏ ਬਹਾਦਰ, ਰਾਏ ਸਾਹਿਬ, ਇੱਦਾਂ ਕਰਕੇ ਉਹਨਾਂ ਨੂੰ ਨਵਾਬ ਸਾਹਿਬ, ਇੱਦਾਂ ਦੇ ਖਿਤਾਬ ਦਿੱਤੇ ਹੋਏ ਸੀ। ਉਹ ਰਜਵਾੜਾ ਸ਼ਾਹੀ ਸਿਸਟਮ ਸੀ। ਲੋਕਾਂ ਨੂੰ ਜ਼ਮੀਨਾਂ, ਮੁਜ਼ਾਰਿਆਂ ਨੂੰ, ਜਿਹੜਾ ਨੂੰ ਅੱਜ ਆਪਾਂ ਕਿਸਾਨ ਕਹਿੰਦੇ ਹਾਂ, ਜ਼ਮੀਨਾਂ ਦੇ ਮਾਲਕ ਕਹਿੰਦੇ ਹਾਂ, ਉਦੋਂ ਉਹਨਾਂ ਨੂੰ ਮੁਜ਼ਾਰੇ ਰੱਖ ਕੇ ਅਤੇ ਥੋੜ੍ਹੇ ਬਾਹਲੇ ਉਹਨਾਂ ਨੂੰ ਹਿੱਸੇ ਵਿੱਚੋਂ ਕਣਕ ਦੇ ਦਾਣੇ ਥੋੜ੍ਹੇ ਦੇ ਤੇ ਗੁਜ਼ਾਰਾ। ਇਹ ਤਾਂ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਨੇ ਇਨ ਗਰੀਬ ਸਿੱਖਨ ਕੋ ਦਹਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀਆਂ ਦਿਆਂਗਾ, ਇਹ ਯਾਦ ਕਰਨਗੇ ਵੀ ਗੁਰੂ ਕਲਗੀਧਰ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਸੀ। ਇਨਹੀ ਕੋ ਸਰਦਾਰ ਬਣਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਜਿਨ ਕੀ ਜਾਤ ਕੋ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਹੀ।
उन्हीं को सरदार बनाऊँ, तबै गोबिंद सिंह नाम कहाऊँ। ये महाराज 10वें पातशाह जी का फुरना सी ते महाराज ने पूरा कर दिता। हुण समा ऐसा बनया है कि वो सारियां जमीनां लोकां कोलों फिर खोईयां जा रही हैं। पंजाब दे किसान, हरियाणे दे किसान, यूपी बिहार तो दुनिया उत्थे दिल्ली पहुँच रही है। भावें ठंड का मौसम है, 10-12 लाख बंदा दिल्ली च आ गया है। जिमें शाह मुहम्मद ने लिखिया सी ना, ओही पंथ तेरे उत्ते आण चढ़िया, जिहड़ा आया सी जम्मू नूं मार के जी। जदों लार्ज टुंडे लाट नाल खालसे का जंग होया सी ना, मुदकी दा सभरावां दा, उस वेले अंग्रेज़ां नूं ये धमकी दित्ती सी, ओही पंथ तेरे उत्ते आण चढ़िया, जिहड़ा आया सी जम्मू नूं मार के जी। शाह मुहम्मद गल तां सोई होनी, जिहड़ी करेगा खालसा पंथ मियाँ। सो हुण गुरु दे भरोसे दी बड़ी लोड़ है। जे आपां सारे लोग समाज इकट्ठा हो के गुरु अगे अरदास करिए, गुरु मेहर करे साडे लीडरां नूं सुमत बख्शे, ते फिर असीं समाज विच भी संसार विच भी सुखी रह सकते हाँ, ते गुरबाणी दा जाप करके अपना परलोक भी सुधार सकते हैं। सतगुरु जी ने इस संसार नूं भी सुखी सुहेला बनाया ते परलोक भी सुखी सुहेला कीता। ये लोक सुखीए परलोक सुहेले, सुखी बसै मोरो परिवारा, सेवक सिख सभै करतारा। सो खालसा जी, ये महाराज सच्चे पातशाह की नज़र चाहिदी है, किरपा चाहिदी है। बिना किरपा दे प्राप्ति कुछ नहीं होनी। इस करके जदों भी कोई कारज करना होवे, उहदे विच गुरु का भरोसा सच्चे मनों अरदास करे। बिरथी कदे न होवई जन की अरदास, नानक जोर गोबिंद का पूर्ण गुणतास। धन श्री गुरु अमरदास महाराज जी कहते, नदरी सतगुरु सेवी है, नदरी सेवा होए। गुरु की सेवा भी वाहिगुरु की नदर करम नाल हुंदी है, ते सेवा की प्राप्ति नदरे करम नाल ही हुंदी है। सेवा भी अपने आप विच एक नदर है। जिन्होंने सेवा मिल गई, समझो वाहिगुरु की किरपा उन्हां दे हिस्से च आई है। किरपा तो बिना सेवा ही नहीं हो सकती। अज जिहड़े भी सिंह सेवा कर रहे ने, भैणां सेवा कर रही ने, लोग रल मिल के समाज, कल देख रहे सी राती भी मुसलमान वीर भी आके, हिंदू वीर भी आके, पिंडां दे हरियाणवी जाट भी आके सारे रल गए ने, सेवा च हाज़र ने। जदों बाबे बंदे बहादुर ने सरहंद फतेह करनी सी, उदों सारिਆਂ ਨੂੰ नाल ले लिया सी। इतिहास विच जिक्र आउंदा है भी पहलां सारिਆਂ तो हरियाणवी लोग जिहड़े सीगे, वो शेरी खंडा पिंड है, दिल्ली दे लागे ही है। दिल्ली तो 30 को जिहड़ी अजकल बाईपास बनया ना, राजस्थान वालों आउंदियां, जयपुर वालों आउंदियां पानीपत नूं रस्ता निकल आउंदा, उहदे तो 4-5 किलोमीटर ही है, बहुता दूर नहीं हट के पिंड, उहदे बाईपास के नेड़े है शेरी खंडा। उत्थे बाबे बंदे बहादुर ने पड़ाव कीता सी खालसे दा। 25 सिंह सन नाल, भाई बाबा विनोद सिंह जी, बाबा काहन सिंह जी, रण सिंह जी, बाज सिंह जी, राम सिंह जी, ये 5 प्यारे सन। 20 सिंह होर सन। निशान ते नगारा इत्थों हजूर साहब तो लैके तुरे सी बाबा जी। इत्थे जदों पड़ाव कीता, सब तो पहलां इत्थों दे लोकां नूं अपने नाल ला लिया, उन्हां दी मदद कीती। जदों डाकू लोग इन्हां पिंडां नूं लुੱਟਣ आउंदे सी, उन्हां दा मुकाबला करके बाबा जी उन्हां नूं पिंडां वालिआं नूं बचा लैंदे सी।
ਤੇ ਉਹ ਲੋਕ ਵੀ ਜਿਹੜੇ ਸਨ ਬਾਬਾ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ। ਫਿਰ ਹੌਲੇ ਹੌਲੇ ਫੌਜਾਂ ਵੱਧਦੀਆਂ ਗਈਆਂ ਅਤੇ ਸਮਾਣਾ, ਸਢੌਰਾ, ਮੁਸਤਫਾਬਾਦ, ਕਪੂਰੀ, ਛੱਤ ਬਨੂੜ, ਅੰਬਾਲਾ, ਇਹ ਸਾਰੇ ਥਾਣੇ ਤੁਰਕਾਂ ਦੇ ਢਾਹ ਕੇ ਫਤਿਹ ਕਰਕੇ ਫਿਰ ਸਰਹੰਦ ਫਤਿਹ ਕੀਤਾ ਸੀ। ਸੋ ਇਸ ਤਰ੍ਹਾਂ ਜਦੋਂ ਇੱਕ ਦੂਜੀ ਦਾ ਸਹਿਯੋਗ ਹੁੰਦਾ ਹੈ ਉਦੋਂ ਸਮਾਜ ਵਿੱਚ ਪਰਿਵਰਤਨ ਆਉਂਦਾ ਹੈ। ਖਾਲਸਾ ਪੰਥ ਕਦੀ ਕਿਸੇ ਦਾ ਵੈਰੀ ਨਹੀਂ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਜਿਹੜਾ ਵੀ ਕੋਈ ਬੰਦਾ ਸਮਾਜ ਦੇ ਲਈ ਚੰਗਾ ਸੋਚਦਾ ਹੈ ਉਹ ਸਾਡਾ ਭਰਾ ਹੈ। ਜਿਹੜਾ ਸਮਾਜ ਦੇ ਲਈ, ਸੰਸਾਰ ਦੇ ਲਈ, ਦੁਨੀਆ ਦੇ ਲਈ, ਧਰਮ ਦੇ ਲਈ ਬੁਰਾ ਸੋਚਦਾ ਹੈ ਉਹ ਬੰਦਾ ਆਪਣੀ ਕੀਤੀ ਦਾ ਫਲ ਪਾ ਲੈਂਦਾ ਹੈ। ਕਿਉਂਕਿ ਧਰਮ ਸਰਬ ਸੁਖ ਖਾਨ ਜਾਣ ਸਭ ਕੋ ਹਿਤਕਾਰੀ। ਧਰਮ ਜਿਹੜਾ ਹੈ, ਜਿਹਨੂੰ ਅੱਜ ਅਸੀਂ ਧਰਮ ਸਮਝਦੇ ਹਾਂ, ਉਹ ਤਾਂ ਕੱਟੜਵਾਦ ਦਾ ਧਰਮ ਹੈ। ਹਿੰਦੂ ਧਰਮ, ਸਿੱਖ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਉਹ ਧਰਮ ਦੇ ਬੜੇ ਸੰਕੀਰਣ ਜਿਹੇ ਅਰਥ ਹਨ। ਧਰਮ ਦਾ ਅਰਥ ਹੁੰਦਾ ਧਾਰਨ ਕਰਨ ਵਾਲੇ ਸ਼ੁਭ ਗੁਣ, ਜਿਨ੍ਹਾਂ ਨਾਲ ਸਮਾਜ, ਸੰਸਾਰ ਸੁਖੀ ਹੋਵੇ। ਮਹਾਂਪੁਰਸ਼ਾਂ ਨੇ ਉਹ ਧਰਮ ਦੱਸਿਆ ਸੀ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ੍ਰੇਸ਼ਟ ਧਰਮ ਪਰਮੇਸ਼ਰ ਦਾ ਨਾਮ ਜਪਣਾ ਹੈ। ਫਿਰ ਜਿਹੜੀਆਂ ਰੀਤੀ ਰਿਵਾਜ ਸਮਾਜ ਦੇ ਭਲੇ ਲਈ ਮਹਾਂਪੁਰਸ਼ਾਂ ਨੇ ਦ੍ਰਿੜ ਕਰਾਏ ਹਨ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਜਿਹੜੇ ਕਰਮਾਂ ਵਿੱਚ ਸਮਾਜ ਦਾ ਨੁਕਸਾਨ ਹੈ, ਪਾਪ ਕਰਮ ਹਨ, ਉਹ ਤਿਆਗ ਦਿਓ। ਜਿਨ੍ਹਾਂ ਦੇ ਨਾਲ ਸੰਸਾਰ ਦਾ ਭਲਾ ਹੈ ਉਹ ਸ਼ੁਭ ਗੁਣਾਂ ਦੇ ਧਾਰਨੀ ਬਣ ਜਾਓ। ਇਹੀ ਧਰਮ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮੀਆਂ ਦੀ ਸਹਾਇਤਾ ਕਰਦੇ ਨੇ। ਅਸੀਂ ਧਾਰਮਿਕ ਬਣੀਏ ਅਤੇ ਗੁਰੂ ਸਾਡੇ ਨਾਲ ਹੈ। ਨਦਰੀ ਸੇਵਾ ਹੋਏ, ਮਹਾਰਾਜ ਕਹਿੰਦੇ ਉਹਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਸੇਵਾ ਹੁੰਦੀ ਹੈ। ਨਦਰੀ ਇਹੋ ਮਨ ਵਾਸੇ ਆਵੈ, ਨਦਰੀ ਮਨ ਨਿਰਮਲ ਹੋਏ। ਇਹ ਮਨ ਵਾਹਿਗੁਰੂ ਦੀ ਨਦਰ ਕਰਮ ਨਾਲ ਵਸ ਆਉਂਦਾ ਹੈ। ਕਿਉਂਕਿ ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਦਾ ਵਸ ਆਉਣਾ ਹੀ ਵੱਡੀ ਸਮੱਸਿਆ ਹੈ। ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਮੁਸਲਮਾਨ ਸ਼ੈਤਾਨ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਸ਼ੈਤਾਨ ਬੰਦੇ ਨੂੰ ਅੱਲਾ ਦੇ ਰਾਹ ਤੋਂ ਭਟਕਾ ਦਿੰਦਾ ਹੈ। ਈਸਾਈ ਵੀ, ਯਹੂਦੀ ਵੀ, ਉਹ ਇਸ ਸਮੱਸਿਆ ਉੱਤੇ ਚਿੰਤਤ ਰਹਿੰਦੇ ਹਨ। ਧਾਰਮਿਕ ਲੋਕ ਮਿਲਣਾ ਚਾਹੁੰਦੇ ਰੱਬ ਨੂੰ, ਪਰ ਰਸਤੇ ਵਿੱਚ ਜਿਹੜੀਆਂ ਇਹ ਦੀਵਾਰਾਂ ਖੜ੍ਹੀਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਇਹਨਾਂ ਨੂੰ ਟੱਪ ਨਹੀਂ ਸਕਦੇ। ਮਨ ਪਰੇਸ਼ਾਨ ਕਰਦਾ ਹੈ। ਪੌੜੀ ਇੱਕ ਪੈਰ ਉੱਪਰ ਧਰਦੇ, 2-4 ਥੱਲੇ ਚਲੇ ਜਾਂਦੇ। ਇੱਕ ਵਿਖ ਅਗਾਂਹ ਧਰੇ, 10 ਵਿਖਾਂ ਪਿਛਾਂਹ ਜਾਹੇ। ਸੋ ਇਸ ਤਰ੍ਹਾਂ ਜਿੱਥੇ ਉਹਨਾਂ ਵਾਸਤੇ ਸਮੱਸਿਆ ਹੈ, ਸਾਡੇ ਦੇਸ਼ ਦੇ ਰਿਸ਼ੀ ਮੁਨੀ, ਸਾਧੂ ਸੰਤ, ਮਹਾਤਮਾ, ਪੁਰਾਤਨ ਗੁਰਸਿੱਖ, ਉਹ ਵੀ ਇਸ ਸਮੱਸਿਆ ਨਾਲ ਜੂਝਦੇ ਰਹੇ ਹੈ। ਸਭ ਤੋਂ ਵੱਡੀ ਇਹੀ ਸਮੱਸਿਆ ਵੀ ਮਨ ਕਿਵੇਂ ਟਿਕੇਗਾ, ਮਨ ਕਿਸ ਤਰ੍ਹਾਂ ਵਾਸ ਆਵੇਗਾ, ਮਨ ਵਿਕਾਰਾਂ ਵੱਲੋਂ ਕਿੱਦਾਂ ਹਟੇਗਾ। ਤਾਂ ਸਤਿਗੁਰੂ ਕਹਿੰਦੇ ਨਦਰੀ ਮਨ ਨਿਰਮਲ ਹੋਏ। ਨਦਰੀ ਇਹੋ ਮਨ ਵਾਸੇ ਆਵੈ, ਨਦਰੀ ਮਨ ਨਿਰਮਲ ਹੋਏ। ਭਾਵ ਉਹਦੀ ਕਿਰਪਾ ਨਾਲ ਹੀ ਇਹ ਮਨ ਵਾਸ ਆਵੇਗਾ, ਉਹਦੀ ਕਿਰਪਾ ਨਾਲ ਹੀ ਮਨ ਨਿਰਮਲ ਹੋਵੇਗਾ। ਮੇਰੇ ਮਨ ਚੇਤ ਸੱਚਾ ਸੋਏ, ਹੇ ਮੇਰੇ ਮਨ ਤੂੰ ਸੱਚੇ ਵਾਹਿਗੁਰੂ ਨੂੰ ਚੇਤੇ ਕਰ। ਉਸ ਵਾਹਿਗੁਰੂ ਨੂੰ ਸਿਮਰਨ। ਏਕੋ ਚੇਤੈ ਤਾਂ ਸੁਖ ਪਾਵੈ, ਫਿਰ ਦੁੱਖ ਨ ਮੂਲੇ ਹੋਏ। ਇੱਕ ਪਰਮਾਤਮਾ ਨੂੰ ਚੇਤੇਗਾ, ਵਾਹਿਗੁਰੂ 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 ਜਪੇਗਾ ਤਾਂ ਸੁਖ ਪਾਵੇਗਾ। ਫਿਰ ਦੁੱਖ ਨਾ ਮੂਲੇ ਹੋਏ, ਫਿਰ ਮੁੱਢੋਂ ਹੀ ਬਿਲਕੁਲ ਹੀ ਕੋਈ ਦੁੱਖ ਨਹੀਂ ਹੋਵੇਗਾ। ਕਿਉਂਕਿ ਦੁੱਖ ਤਾਂ ਸਾਡੇ ਮਨ ਨੇ ਹੀ ਮੰਨਣਾ ਹੁੰਦਾ ਹੈ। ਦੁੱਖ ਸੁੱਖ ਮਨ ਦੇ ਧਰਮ ਹਨ।
ਜੰਮਣ ਮਰਨ ਸਰੀਰ ਦੇ ਧਰਮ ਹਨ। ਸੋ ਇਸ ਤਰ੍ਹਾਂ ਇਹ ਜਿਹੜਾ ਮਨ ਹੈ ਉਦੋਂ ਕਾਬੂ ਆ ਜਾਂਦਾ ਹੈ, ਵੱਸ ਵਿੱਚ ਆ ਜਾਂਦਾ ਹੈ ਜਦੋਂ ਇੱਕ ਪਰਮਾਤਮਾ ਨੂੰ ਚੇਤੇ ਕਰਦਾ ਹੈ। ਰਹਾਓ ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਨੇ, ਨਦਰੀ ਮਰ ਕੈ ਜੀਵੀਐ, ਨਦਰੀ ਸ਼ਬਦ ਵਸੈ ਮਨ ਆਏ। ਵਾਹਿਗੁਰੂ ਦੀ ਨਦਰ ਕਰਮ ਹੋਵੇ ਤਾਂ ਇੱਕ ਵਾਰੀ ਮਰ ਕੇ ਫਿਰ ਨਵਾਂ ਜੀਵਨ ਮਿਲਦਾ ਹੈ। ਸੰਸਾਰ ਵੱਲੋਂ ਇੱਕ ਵਾਰੀ ਮਰਨਾ ਪੈਂਦਾ ਹੈ। ਅਜੇ ਤੱਕ ਸਾਥੋਂ ਮਰਿਆ ਨਹੀਂ ਗਿਆ, ਮਰਨਾ ਔਖਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਨਦਰੀ ਮਰ ਕੇ ਜੀਵੀ ਹੈ, ਜਿਨ੍ਹਾਂ 'ਤੇ ਨਦਰ ਕਰਮ ਹੋਈ ਹੈ ਉਹ ਇੱਕ ਵਾਰੀ ਮਰ ਗਏ ਹਨ, ਗੁਰੂ ਦੀ ਗੜੀ ਵਿੱਚ ਆਪਣਾ ਸੀਸ ਭੇਟਾ ਕਰ ਦਿੱਤਾ ਹੈ। ਸਤਿਗੁਰ ਆਗੇ ਸੀਸ ਭੇਟ ਦਿਓ। ਧੰਨ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਬੇਅੰਤ ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਸਿੰਘ, ਜਿਨ੍ਹਾਂ ਨੇ ਸੀਸ ਗੁਰੂ ਨੂੰ ਅਰਪਣ ਕੀਤੇ, ਸੰਸਾਰ ਵੱਲੋਂ ਮਰ ਗਏ ਅਤੇ ਫਿਰ ਉਹਨਾਂ ਨੂੰ ਅਸਲੀ ਰੂਹਾਨੀ ਜੀਵਨ ਪ੍ਰਾਪਤ ਹੋਇਆ। ਅਸਲੀ ਰੂਹਾਨੀ ਜੀਵਨ 'ਚੋਂ ਜੀ ਉੱਠੇ। ਸ਼ਬਦ ਵਸੈ ਮਨ ਆਏ, ਕਹਿੰਦੇ ਨਦਰੀ ਹੀ ਉਹਨਾਂ ਨੂੰ ਸ਼ਬਦ ਦੀ ਪ੍ਰਾਪਤੀ ਹੋ ਗਈ। ਸ਼ਬਦ ਦੀ ਪ੍ਰਾਪਤੀ ਇੱਕ ਬਹੁਤ ਵੱਡਾ ਸਾਡੇ ਜੀਵਨ ਵਿੱਚ ਸਾਧ ਸੰਗਤ ਜੀ ਸਭ ਤੋਂ ਵੱਡਾ ਪਰਿਵਰਤਨ ਹੁੰਦਾ ਜਦੋਂ ਕਿਸੇ ਨੂੰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਨਾਮ ਸਾਡੀ ਸੁਰਤ ਨੂੰ ਉੱਚਾ ਲਿਜਾਂਦਾ ਹੈ। ਨਦਰੀ ਹੁਕਮ ਬੁੱਝੀਐ, ਹੁਕਮੇ ਰਹਿ ਸਮਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਨਦਰ ਕਰਮ ਨਾਲ ਹੀ, ਬਖਸ਼ਿਸ਼ ਦੀ ਨਿਗਾਹ ਨਾਲ ਹੀ ਹੁਕਮ ਬੁੱਝਿਆ ਜਾਂਦਾ ਹੈ, ਹੁਕਮ ਦੀ ਸਮਝ ਆਉਂਦੀ ਹੈ। ਹਰ ਇੱਕ ਬੰਦੇ ਨੂੰ ਤਾਂ ਹੁਕਮ ਦਾ ਪਤਾ ਹੀ ਨਹੀਂ ਲੱਗਦਾ ਵੀ ਹੁਕਮ ਕੀ ਹੈ। ਜਦੋਂ ਹੁਕਮ ਦੀ ਪ੍ਰਾਪਤੀ ਹੁੰਦੀ, ਹੁਕਮ ਦੀ ਸਮਝ ਆਉਂਦੀ ਹੈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਉਹ ਫਿਰ ਮੈਂ ਕਰਕੇ ਆਪਣੇ ਆਪ ਨੂੰ ਕਰਤਾ ਨਹੀਂ ਬਣਦਾ। ਜਿੰਨੀ ਪ੍ਰੋਬਲਮ ਹੈ, ਜਿੰਨੀ ਦਿੱਕਤ ਹੈ ਸਾਡੀ, ਸਾਰੀ ਕਰਤੇਪਣ ਕਰਕੇ ਹੀ ਹੈ। ਕਰਤਾ ਔਰ ਭੋਗਤਾ, ਇਹ ਦੋ ਭ੍ਰਾਂਤੀਆਂ ਜੀਵ ਨੂੰ ਪਈਆਂ ਹੋਈਆਂ, ਕਰਤਾ ਭੋਗਤਾਪਣੇ ਦੀ ਭ੍ਰਾਂਤੀ। ਇਹ ਜਦੋਂ ਕਰਤਾ ਭੋਗਤਾਪਣੇ ਦੀ ਭ੍ਰਾਂਤੀ ਪੈ ਜਾਂਦੀ ਹੈ, ਉਦੋਂ ਫਿਰ ਜਨਮ ਮਰਨ ਦਾ ਬੰਧਨ ਵੀ ਪੈਂਦਾ ਹੈ। ਜੇ ਮੈਂ ਕਰਦਾ ਹਾਂ ਤਾਂ ਮੈਂ ਭੋਗਦਾ ਵੀ ਹਾਂ। ਮੈਂ ਪਾਪੀ ਹਾਂ, ਮੈਂ ਪੁੰਨੀ ਹਾਂ, ਮੈਂ ਚੰਗਾ ਹਾਂ, ਮੈਂ ਮਾੜਾ ਹਾਂ, ਮੈਂ ਪਾਪ ਕੀਤਾ, ਮੈਂ ਪੁੰਨ ਕੀਤਾ। ਇਹ ਖਿਆਲ ਜਿੰਨਾ ਚਿਰ ਦ੍ਰਿੜ ਰਹਿੰਦਾ, ਅੰਦਰ ਗੰਢ ਬੱਝੀ ਰਹਿੰਦੀ ਹੈ, ਉਹ ਪਾਪ ਪੁੰਨ ਦੀ ਗੰਢ ਕਰਕੇ ਜੀਵ ਉਹਦੇ ਫਲਾਂ ਨੂੰ ਭੋਗਣ ਦੇ ਲਈ ਵੀ ਵੱਧਦਾ ਰਹਿੰਦਾ। ਜਿਹੜਾ ਕਰਮ ਮੈਂ ਕਰਕੇ ਕੀਤਾ ਹੈ, ਪੁੰਨ ਕੀਤਾ ਤਾਂ ਉਹਦਾ ਫਲ ਭੋਗੇਗਾ, ਸੁੱਖ ਪਾਏਗਾ। ਜੇ ਮੈਂ ਕਰਕੇ ਪਾਪ ਕੀਤਾ, ਮੈਂ ਪਾਪ ਕੀਤਾ ਤਾਂ ਮੈਂ ਕਰਕੇ ਕੀਤਾ ਤਾਂ ਉਹਦੇ ਕਰਕੇ ਫਿਰ ਉਹ ਦੁੱਖ ਵੀ ਪਾਏਗਾ। ਐਸਾ ਵਿਧਾਨ ਹੈ ਕੁਦਰਤ ਦਾ। ਪਰ ਜਦੋਂ ਇਹ ਸਮਝ ਆ ਜਾਂਦੀ ਹੈ ਵੀ ਮੈਂ ਕੁਛ ਵੀ ਨਹੀਂ ਕਰ ਰਿਹਾ, ਮੈਂ ਤਾਂ ਇਹਨਾਂ ਸਾਰੇ ਕਰਮਾਂ ਤੋਂ ਅਸੰਗ ਹਾਂ, ਨਿਰਵਿਕਾਰ ਹਾਂ, ਸ਼ੁੱਧ ਹਾਂ, ਇਹ ਤਾਂ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਅੰਤःਕਰਣ, ਜਿਹੜਾ ਪੰਜਾਂ ਤੱਤਾਂ ਦਾ ਸੂਖਮ ਅੰਸ਼ ਹੈ ਨਾ, ਸਤੋ ਅੰਸ਼, ਸਤੋ ਅੰਸ਼ ਤੋਂ ਮਨ ਦੀ, ਬੁੱਧੀ ਦੀ, ਚੇਤੇ ਦੀ, ਹੰਕਾਰ ਦੀ ਰਚਨਾ ਹੋਈ ਹੈ। ਰਜੋ ਤਮੋ ਸਤੋ ਕਰਕੇ ਇਹ ਸਾਰਾ ਪਸਾਰਾ ਮਾਇਆ ਦਾ ਪਸਰਿਆ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ। ਜਿਹੜਾ ਰਜੋ ਸਤੋ ਤਮੋ ਦਾ ਇਹ ਸਾਰਾ ਬਾਹਰ ਮੁਖੀ ਜਿੰਨਾ ਵੀ ਮਾਇਆ ਦਾ ਪਸਾਰਾ ਹੈ, ਤ੍ਰੈ ਗੁਣੀ ਹੈ। ਜਾਗਰਤ ਅਵਸਥਾ ਸਤੋ ਗੁਣੀ ਹੈ ਔਰ ਸੁਪਨ ਅਵਸਥਾ ਰਜੋ ਗੁਣੀ ਹੈ, ਅਤੇ ਗੂੜੀ ਨੀਂਦ ਤਮੋ ਗੁਣੀ ਹੈ। ਇਸੇ ਤਰ੍ਹਾਂ ਹੀ ਤਿੰਨੇ ਪ੍ਰਕਾਰ ਦਾ ਤ੍ਰੈ ਗੁਣੀ ਪਸਾਰਾ ਪੰਜਾਂ ਤੱਤਾਂ ਵਿੱਚ ਹੈ। ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਾਡਾ ਹੱਡੀਆਂ ਦਾ, ਮਾਸ ਦਾ,
ਨਾੜੀਆਂ ਦਾ ਢਾਂਚਾ ਬਣਿਆ ਹੋਇਆ, ਤਮੋਗੁਣ ਤੋਂ ਬਣਿਆ ਹੋਇਆ। ਤਮੋਗੁਣ 'ਚ ਅਗਿਆਨ ਪ੍ਰਧਾਨ ਹੁੰਦਾ, ਦਿਸਦਾ ਕੱਖ ਵੀ ਨਹੀਂ, ਪਤਾ ਨਹੀਂ ਲੱਗਦਾ। ਉਹਦੇ ਅੱਗੇ ਹੈ ਰਜੋਗੁਣ। ਰਜੋਗੁਣ ਤੋਂ ਸਾਡੀਆਂ ਗਿਆਨ ਇੰਦਰੀਆਂ ਦੀ ਰਚਨਾ ਹੋਈ ਹੈ, ਜਿਨ੍ਹਾਂ ਨਾਲ ਅਸੀਂ ਜਿਹਨੂੰ 5 ਸਾਇੰਸ ਕਹਿੰਦੇ ਹਾਂ। ਅੱਖਾਂ ਨੇ, ਕੰਨ ਨੇ, ਜੀਭ ਹੈ, ਚਮੜੀ ਹੈ, ਨਾਸਕਾ ਹੈ। ਇਹ 5 ਗਿਆਨ ਇੰਦਰੀਆਂ ਰਜੋਗੁਣ ਤੋਂ ਪੈਦਾ ਹੋਈਆਂ। ਅੰਤःਕਰਨ ਜਿਹੜਾ ਹੈ, ਮਨ, ਬੁੱਧ, ਚੇਤਨਕਾਰ, ਇਹ ਸਤੋਗੁਣ ਤੋਂ ਪੈਦਾ ਹੋਇਆ। ਮੈਂ ਤਾਂ ਇਸ ਤੋਂ ਫਿਰ ਵੱਖਰਾ ਹੀ ਹਾਂ, ਚੇਤਨ। ਸੋ ਮੇਰਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਮੈਨੂੰ ਕਿਰਾਏ ਦਾ ਮਕਾਨ ਮਿਲਿਆ ਹੋਇਆ। ਜਦੋਂ ਇਸ ਤਰ੍ਹਾਂ ਆਪਣੇ ਆਪ ਨੂੰ ਇਹਨਾਂ ਤੋਂ ਨਿਆਰਾ ਕਰ ਲੈਂਦਾ ਤਾਂ ਮੁਕਤ ਹੋ ਜਾਂਦਾ ਹੈ। ਪਰ ਇਹ ਨਿਆਰਾ ਗੁਰੂ ਕਿਰਪਾ ਤੋਂ ਬਿਨਾਂ, ਗੁਰੂ ਕੀ ਬਾਣੀ ਦੀ ਵਿਚਾਰ ਤੋਂ ਬਿਨਾਂ ਨਹੀਂ ਹੁੰਦਾ। ਜਿੰਨਾ ਚਿਰ ਇਹ ਨਿਆਰਾ ਨਹੀਂ ਹੁੰਦਾ, ਉਹਨਾਂ ਚਿਰ ਇਹਦੇ 'ਚ ਬੱਝਾ ਰਹਿੰਦਾ ਹੈ। ਅਤੇ ਬੱਝਾ ਹੋਇਆ ਕਰਤਾ ਬਣ ਕੇ ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਜਨਮ ਮਰਨ ਦੇ ਚੱਕਰ 'ਚ ਪਿਆ ਰਹਿੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਨਦਰੀ ਹੁਕਮ ਬੁੱਝੀ ਹੈ, ਉਹਦੇ ਹੁਕਮ ਨੂੰ ਸਮਝ ਜਾਂਦਾ ਹੈ ਵੀ ਉਹਦੇ ਹੁਕਮ ਵਿੱਚ 5 ਤੱਤਾਂ ਦਾ ਇਹ ਸਾਰਾ ਸੰਘਾਤ ਬਣਿਆ ਹੋਇਆ। ਇਹ ਨਿਖੜ ਜਾਣਾ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ। ਕੌਣ ਮੁਆਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਪਿਆ। ਫਿਰ ਸਾਧ ਸੰਗਤ ਜੀ ਜਨਮ ਮਰਨ ਨਹੀਂ ਹੁੰਦਾ। ਜਿਨ ਜੇਵਾ ਹਰਸ ਨਾ ਚਖਿਓ, ਸਾ ਜੇਵਾ ਜਲ ਜਾਓ। ਜਿਹੜੀ ਜੇਵਾ ਨੇ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਚਖਿਆ, ਉਹ ਜੇਵਾ ਸੜ ਜਾਵੇ। ਅੰਨ ਰਸ ਸਾਦੇ ਲੱਗ ਰਹੀ, ਦੁੱਖ ਪਾਇਆ ਦੂਜੇ ਭਾਏ। ਹੋਰ ਹੋਰ ਸਵਾਦਾਂ ਵਿੱਚ ਲੱਗੀ ਰਹੀ ਹੈ, ਹਰੀ ਨਾਮ ਰਸ ਨਹੀਂ ਪਾਇਆ। ਦੁੱਖ ਪਾਇਆ ਦੂਜੇ ਭਾਏ, ਦੂਜੇ ਮੋਹ 'ਚ ਫਸ ਕੇ ਦੁੱਖ ਪਾਇਆ ਹੈ। ਸਭਨਾ ਨਦਰ ਏਕ ਹੈ, ਆਪੇ ਫਰਕ ਕਰੇ। ਵਾਹਿਗੁਰੂ ਦੇ, ਪਰਮੇਸ਼ਰ ਦੇ ਨੇਤਰਾਂ ਵਿੱਚ ਸਾਰੇ ਇੱਕੋ ਜਿਹੇ ਹੀ ਹਨ। ਸਾਰਿਆਂ ਦੇ ਉੱਤੇ ਉਹਦੀ ਨਜ਼ਰ ਹੈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਕਹਿੰਦੇ ਸਾਰਿਆਂ ਉੱਤੇ ਨਜ਼ਰ ਹੈ ਅਤੇ ਫਰਕ ਵੀ ਆਪ ਕਰਦਾ ਹੈ। ਫਰਕ ਵੀ ਜਿਹੜਾ ਹੈ ਉਹ ਸਾਧ ਸੰਗਤ ਜੀ ਵਾਸਤਵ ਵਿੱਚ ਨਹੀਂ ਹੈ, ਕਲਪਤੀ ਹੈ। ਜਦੋਂ ਕੋਈ ਤੱਤ ਵਿਚਾਰ ਵਿੱਚ ਜਾਏਗਾ, ਉਦੋਂ ਪਤਾ ਲੱਗਦਾ ਵੀ ਇਹ ਮਾਇਆ ਦਾ ਹੀ ਪਾਇਆ ਹੋਇਆ ਫਰਕ ਹੈ। ਮਾਇਆ ਕਰਕੇ ਹੀ ਮੈਂ ਤੂੰ, ਵੱਡਾ ਛੋਟਾ, ਗਰੀਬ ਅਮੀਰ, ਗੋਰਾ ਕਾਲਾ, ਇੱਦਾਂ ਪ੍ਰਤੀਤ ਹੁੰਦੇ ਆ। ਸਭਨਾ ਉੱਪਰ ਨਦਰ ਪ੍ਰਭ ਤੇਰੀ। ਵਾਹਿਗੁਰੂ ਤੇਰੀ ਨਿਗਾਹ ਸਾਰਿਆਂ ਉੱਤੇ ਹੀ ਹੈ। ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਇਹ ਕਨੇਰੀ ਥੋੜ੍ਹੀ ਕਿਵੇਂ ਹੈ? ਜਿਨ੍ਹਾਂ ਨੂੰ ਸੰਸਾਰ ਦੇ ਸੁੱਖ ਤਾਂ ਦਿੱਤੇ ਹਨ, ਪਰ ਪਰਮੇਸ਼ਰ ਦੀ ਭਗਤੀ ਨਹੀਂ ਦਿੱਤੀ, ਆਪਣੇ ਸਰੂਪ ਦਾ ਬੋਧ ਨਹੀਂ ਕਰਾਇਆ, ਉਹਨਾਂ 'ਤੇ ਥੋੜ੍ਹੀ ਹੈ। ਜਿਨ੍ਹਾਂ ਨੂੰ ਮਹਾਰਾਜ ਨੇ ਆਪਣਾ ਬੋਧ ਦੇ ਦਿੱਤਾ ਹੈ, ਆਪਣੇ ਸਰੂਪ ਦਾ ਪਰਦਾ ਚੁੱਕ ਦਿੱਤਾ ਹੈ, ਉਹਨਾਂ 'ਤੇ ਕਨੇਰੀ ਹੈ। ਇਹ ਵੀ ਆਪ ਹੀ ਕਰਦਾ। ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਇੱਕ ਬ੍ਰਹਮ ਗਿਆਨ ਦੀ ਰਜਾਈ ਲੈ ਕੇ ਸੁੱਤੇ ਹੈ, ਅਤੇ ਇੱਕ ਵਿਚਾਰੇ ਕਰਮ ਕਾਂਡ ਹੀ ਕਰੀ ਜਾਂਦੇ। ਸਾਰੀ ਜ਼ਿੰਦਗੀ ਜਨਮਾਂ ਜਨਮਾਂਤਰਾਂ ਵਿੱਚ ਹੀ ਲੱਗੇ, ਇਸੇ ਤਰ੍ਹਾਂ ਹੀ ਭਟਕੀ ਜਾਂਦੇ। ਆਪੇ ਫਰਕ ਕੀਤਾ ਹੋਇਆ। ਨਾਨਕ ਸਤਿਗੁਰ ਮਿਲਿਆ ਫਲ ਪਾਇਆ। ਮਹਾਰਾਜ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਸਤਿਗੁਰੂ ਜੀ ਦੇ ਮਿਲਣ ਕਰਕੇ ਉਹ ਗਿਆਨ ਫਲ ਦੀ ਪ੍ਰਾਪਤੀ ਹੋ ਗਈ ਹੈ। ਨਾਮ ਵਡਾਈ ਦੇ। ਸਤਿਗੁਰੂ ਜੀ ਨਾਮ ਦੀ ਵੱਡੀ ਵਡਿਆਈ ਦਿੰਦੇ। ਨਾਵੇਂ ਕੀ ਵਡਿਆਈ ਤੇ ਸਕੀਮਤ ਕਹਿਣ ਨਾ ਚਾਹੀਦੀ। ਜਿੰਨੀਆਂ ਸੰਸਾਰ ਦੀਆਂ ਵਡਿਆਈਆਂ ਫੋਕੀਆਂ ਹਨ, ਨਾਮ ਦੀ ਵਡਿਆਈ ਸਭ ਤੋਂ ਸ਼੍ਰੋਮਣੀ ਹੈ, ਵੱਡੀ ਹੈ, ਮਹਾਨ ਹੈ। ਸੋ ਇਤਨੇ ਕੁ ਬਚਨ ਸਾਧ ਸੰਗਤ ਜੀ ਆਪ ਨਾਲ ਸਾਂਝੇ ਕੀਤੇ ਹੈ।
ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਹਦੂਰ ਕਰਮੀ ਆਪੋ ਆਪਣੀ। ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ